Very good morning, students. Our next topic is the distribution of four different particles in two box, and we know that instead of word box we can use compartments, right? Compartments and boxes one are the same thing. ठीक है जी. So before this article we going to learn two new words, that is macro and micro. Macro means number of particles in each box, or you can say that the arrangement of number of particles in each compartment. Micro means each arrangement. Each arrangement means we have different kind of particles. How we arrange that these different particles, this term is known as micro. I hope you clear with these meanings as well. ठीक है जी. नाउ वी गोइंग टू स्टार्ट आवर टॉपिक. अपना टॉपिक है डिस्ट्रीब्यूशन करनी है चार पार्टिकल्स ਦੀ ਦੋ ਬਾਕਸਿਸ ਦੇ ਵਿੱਚ. ਬਾਕਸਿਸ ਨੂੰ ਅਸੀਂ ਕੰਪਾਰਟਮੈਂਟਸ ਕਹਿੰਦੇ ਆਪਾਂ ਪੜ੍ਹ ਲਿਆ. ਮੈਕਰੋ ਮਾਈਕਰੋ ਦਾ ਮੀਨਿੰਗ ਸਾਨੂੰ ਕਲੀਅਰ ਹੋ ਗਿਆ. ਆਰਟੀਕਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤਿੰਨ ਚੀਜ਼ਾਂ ਅਸਿਊਮ ਕਰਕੇ ਚੱਲਣੀਆਂ ਕਿ ਜਿਹੜੇ ਪਾਰਟੀਕਲਸ ਨੇ ਉਹਨਾਂ ਨੂੰ ਥਰੋ ਜਦੋਂ ਕਰਨਾ ਹੈ ਕੋਸ਼ਿਸ਼ ਕਰਨੀ ਹੈ ਕਿ ਇੱਕ ਪਾਰਟੀਕਲ ਇੱਕ ਬਾਕਸ ਦੇ ਵਿੱਚ ਜਾਵੇ, ਜਾਂ ਜਿਵੇਂ ਆਪਾਂ ਚਾਰ ਕਰਨੇ ਆ ਨਾ ਤੇ ਦੋਨੋਂ ਬਾਕਸਿਸ ਦੇ ਵਿੱਚ ਪਾਰਟੀਕਲਸ ਜਿਹੜੇ ਉਹ ਅਵੇਲੇਬਲ ਹੋਣ. ਦੂਸਰੀ ਅਸੰਪਸ਼ਨ ਹੁੰਦੀ ਹੈ ਕਿ ਕੰਪਾਰਟਮੈਂਟਸ ਦੇ ਸਾਈਜ਼ ਜਿਹੜੇ ਨੇ ਉਹ ਇਕੁਅਲ ਹੋਣ. ਠੀਕ ਹੈ ਜੀ. ਮੰਨ ਲਓ ਕਿ ਮੇਰੇ ਕੋਲ ਆਹ ਦੋ ਕੰਪਾਰਟਮੈਂਟਸ ਨੇ, ਇਹਨਾਂ ਵਿੱਚ ਨੰਬਰ ਆਫ ਆਇਨਸ ਜਿਹੜੇ ਆਪਾਂ ਨੰਬਰ ਆਫ ਪਾਰਟੀਕਲਸ ਜਿਹੜੇ ਆਪਾਂ ਡਿਸਟਰੀਬਿਊਟ ਕਰਨੇ ਨੇ ਉਹ ਸੇਮ ਹੋਣੇ ਚਾਹੀਦੇ ਆ. ਠੀਕ ਹੈ. ਜੇ ਚਾਰ ਆ ਤਾਂ ਕੋਸ਼ਿਸ਼ ਕਰੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਚਾਰ ਡਿਸਟਰੀਬਿਊਟ ਹੋ ਚੁੱਕੇ ਆ. ਦੂਸਰੀ ਕੰਡੀਸ਼ਨ ਕੰਪਾਰਟਮੈਂਟ ਦਾ ਸਾਈਜ਼ ਜਿਹੜਾ ਉਹ ਸੇਮ ਹੋਣਾ ਚਾਹੀਦਾ ਹੈ. ਤੀਸਰੀ ਅਸੰਪਸ਼ਨ ਹੁੰਦੀ ਹੈ ਕਿ ਟੋਟਲ ਨੰਬਰ ਆਫ ਪਾਰਟੀਕਲ ਜਿਹੜੇ ਆ ਉਹ ਦੋਵਾਂ ਕੰਪਾਰਟਮੈਂਟ ਦੇ ਵਿੱਚ ਕਾਊਂਟ ਕਰਨੇ ਆ. ਠੀਕ ਹੈ. ਜੇ ਅਸੀਂ ਚਾਰ ਦੀ ਗੱਲ ਕਰ ਰਹੇ ਹਾਂ ਤਾਂ ਮਤਲਬ ਚਾਰ ਜਿਹੜੇ ਪਾਰਟੀਕਲ ਆ ਉਹ ਦੋਨੋਂ ਕੰਪਾਰਟਮੈਂਟ ਦੇ ਅੰਦਰ ਹੋਣੇ ਜ਼ਰੂਰੀ ਆ. ਅੱਛਾ, ਹੁਣ ਚਾਰ ਪਾਰਟੀਕਲ ਅਸੀਂ ਡਿਸਟਰੀਬਿਊਟ ਕਰਨੇ ਆ ਤੇ ਦੋ ਕੰਪਾਰਟਮੈਂਟ ਦੇ ਵਿੱਚ ਕਰਨੇ ਆ. ਚਾਰ ਪਾਰਟੀਕਲ ਆ ਉਹਨੂੰ ਦੋ ਬਾਕਸ ਦੇ ਵਿੱਚ ਡਿਸਟਰੀਬਿਊਟ ਕਰਨਾ ਆਪਾਂ. ਆਹ ਸੀਗਾ ਸਾਡਾ ਕੁਐਸਚਨ. ਇਹਦੇ ਤੋਂ ਪਹਿਲਾਂ ਦੇਖੋ ਮਾੜਾ ਜਿਹਾ ਆਪਾਂ ਕਹਿੰਦੇ ਆ ਦੀ ਫੋਰ ਪਾਰਟੀਕਲਸ ਕੈਨ ਬੀ ਡਿਸਟਰੀਬਿਊਟਡ ਇਨ ਡਿਫਰੈਂਟ ਵੇਜ਼. In one situation, all the four particles may be in compartment first, say 1, whereas compartment 2 will be empty. ਇਹਦਾ ਕੀ ਮਤਲਬ ਹੋਇਆ? ਮੰਨ ਲਓ ਸਾਡੇ ਕੋਲ ਟੋਟਲ ਪਾਰਟੀਕਲ ਕਿੰਨੇ ਆ? 4, ਤੇ ਉਹ 4 ਦੇ 4 ਪਾਰਟੀਕਲ ਮੰਨ ਲਓ ਮੈਂ ਪਹਿਲੇ ਕੰਪਾਰਟਮੈਂਟ 'ਚ ਰੱਖਤੇ ਤੇ ਫਿਰ ਦੂਸਰਾ ਕੰਪਾਰਟਮੈਂਟ ਕੀ ਹੋ ਗਿਆ? ਐਮਪਟੀ. ਇੱਕ ਅਰੇਂਜਮੈਂਟ ਇਹ ਬਣ ਗਿਆ. ਠੀਕ ਆ. ਹੁਣ ਆਪਾਂ ਪੋਸੀਬਿਲਿਟੀ ਚੈੱਕ ਕਰਦੇ ਹਾਂ ਪਹਿਲਾਂ ਵੀ ਬਣਨਗੀਆਂ ਕਿੱਦਾਂ. ਮੰਨ ਲਓ ਇੱਕ ਦੇ ਵਿੱਚ 4 ਆਉਂਦੇ ਆ ਤੇ ਇੱਕ ਦੇ ਵਿੱਚ 1 ਰਹਿ ਜਾਂਦਾ. ਇੱਕ ਪੋਸੀਬਿਲਿਟੀ ਹੋ ਸਕਦਾ ਇਹਦੇ ਵਿੱਚ 1 ਹੋਣ ਤੇ ਦੂਜੇ 'ਚ 4 ਹੋਣ. ਦੂਜੀ ਹੋ ਸਕਦਾ ਇਹਦੇ 'ਚ 2 ਹੋਣ ਤੇ ਉਹਦੇ 'ਚ ਵੀ 2 ਹੋਣ. ਆਹ ਤਾਂ ਸੇਮ ਹੀ ਰਹਿਣੀ ਆ. ਤੇ ਹੋ ਸਕਦਾ ਇੱਧਰ 3 ਹੋ ਜਾਣ ਤੇ ਉੱਧਰ 1 ਰਵੇ. ਹੋ ਸਕਦਾ ਇੱਥੇ 1 ਹੋਵੇ ਤੇ ਉੱਧਰ 3 ਹੋਣ. ਮੇਰੇ ਹਿਸਾਬ ਨਾਲ ਆਹੀ ਪੋਸੀਬਲ ਅਰੇਂਜਮੈਂਟਸ ਬਣਨੇ ਨੇ ਸਾਡੇ ਕੋਲੇ. ਠੀਕ ਹੈ ਜੀ. ਕਿਉਂਕਿ 4 ਅਸੀਂ ਪਾਰਟੀਕਲ ਲੈਣੇ ਸੀ ਨਾ ਟੋਟਲ. ਸੌਰੀ, ਇੱਥੇ 0 ਹੋਣਾ ਕਿਉਂਕਿ ਜਦੋਂ ਇੱਧਰ 4 ਹੋ ਗਏ ਤੇ ਫਿਰ ਇੱਧਰ ਤੇ ਐਮਪਟੀ ਹੋ ਜਾਣਾ. ਠੀਕ ਆ. 4 ਦੇ ਇਤਨੇ ਤੇ 0 ਰਹਿਣਾ ਨਾ, ਕਿਉਂਕਿ ਜੇ 1 ਹੋ ਗਿਆ ਫਿਰ 5 ਹੋ ਜਾਣੇ ਨਾ ਪਾਰਟੀਕਲ. ਠੀਕ ਆ. ਇੱਥੇ ਤੱਕ ਇਹਨਾਂ ਸਾਰੇ ਅਰੇਂਜਮੈਂਟਸ ਨੂੰ ਨਾ ਵਰਡਿੰਗ ਦੇ ਵਿੱਚ ਲਿਖਿਆ ਹੋਇਆ. ਆਪਾਂ ਕਿਹਾ ਕਿ ਇੱਕ ਹੋਰ ਸਿਚੁਏਸ਼ਨ ਲਓ, ਉਹਦੇ 'ਚ ਅਸੀਂ ਕਹਿੰਦੇ ਆ ਕੰਪਾਰਟਮੈਂਟ 1 ਦੇ ਵਿੱਚ ਸਾਡੇ ਕੋਲ 3 ਪਾਰਟੀਕਲ ਆ. ਠੀਕ ਹੈ. ਕੰਪਾਰਟਮੈਂਟ ਸੈਕਿੰਡ ਦੇ ਵਿੱਚ ਸਾਡੇ ਕੋਲ ਫਿਰ ਕਿੰਨੇ ਹੋਣਗੇ? 1 ਪਾਰਟੀਕਲ. ਰਾਈਟ. ਸਿਮਿਲਰਲੀ ਆਪਾਂ ਹਰ ਇੱਕ ਦਾ ਅਰੇਂਜਮੈਂਟ ਜਿਹੜਾ ਉਹਨੂੰ ਪਹਿਲਾਂ ਵਰਡਿੰਗ ਦੀ ਫਾਰਮ ਦੇ ਵਿੱਚ ਲਿਖਿਆ. ਹੁਣ ਅਸੀਂ ਪੋਸੀਬਲ ਅਰੇਂਜਮੈਂਟਸ ਦੱਸਣੇ ਨੇ ਪਾਰਟੀਕਲਸ ਨੂੰ ਡਿਸਟਰੀਬਿਊਟ ਕਰਨ ਦੇ. ਇਹਦੇ ਤੋਂ ਪਹਿਲਾਂ ਇੱਕ ਚੀਜ਼ ਕਲੀਅਰ ਰੱਖਿਓ ਪੁੱਤਰ, ਜਿਹੜੇ ਆਪਾਂ 4 ਪਾਰਟੀਕਲਸ ਲੈਣੇ ਨੇ ਨਾ, ਮੰਨ ਲਓ ਮੈਂ ਪਾਰਟੀਕਲਸ ਦਾ ਨੇਮ ਦਿੰਦੀ ਆ A, B, C ਔਰ D. ਇਹ 4 ਪਾਰਟੀਕਲਸ ਨੇ ਜਿਨ੍ਹਾਂ ਨੂੰ ਆਪਾਂ ਡਿਸਟਰੀਬਿਊਟ ਕਰਨਾ ਅਲੱਗ-ਅਲੱਗ ਵੇਜ਼ ਦੇ ਵਿੱਚ. ਹੁਣ ਇਹਦੇ 'ਚ ਆਪਾਂ ਇੱਕ ਟੇਬਲ ਕ੍ਰੀਏਟ ਕਰਨਾ. ਪਹਿਲੇ 'ਚ ਆਪਾਂ ਲਿਖਾਂਗੇ ਸੀਰੀਜ਼ ਨੰਬਰ, ਦੂਸਰੇ 'ਚ ਆਊਗਾ ਫਸਟ ਕੰਪਾਰਟਮੈਂਟ, ਫਿਰ ਆਊਗਾ ਸੈਕਿੰਡ ਕੰਪਾਰਟਮੈਂਟ ਤੇ ਲਾਸਟ ਵਿੱਚ ਹੋਊਗੀ ਡਿਸਟਰੀਬਿਊਸ਼ਨ. सो आई एम गोइंग टू ड्रॉ दैट टेबल एज वेल. राइट. टेबल मेरे को कुछ इस तरीके का बनना है. सीरीयल नंबर, फस्ट कंपार्टमेंट, सैकेंड कंपार्टमेंट एंड डिस्ट्रीब्यूशन. ठीक है. एक मैं अरेंजमेंट करके दिखानी है तुहानूं. आप मान लो फस्ट अरेंजमेंट करते हैं. अपने को 4 पार्टिकल आ. मान लो मैं कहनी चारे पार्टिकल पहले कंपार्टमेंट 'च आ गए. इत्थे फिर मैं लिख दूँगी A, B ते C ते D. दूसरा कंपार्टमेंट मेरे को रह गया खाली. हुण जदों मैं डिस्ट्रीब्यूशन लिखनी है उहदा की मतलब आ? पहले विच किन्ने पार्टिकल आ? मैथ्स काउंट करो. दूसरे 'ਚ किन्ने आ? 0. आओगी दी डिस्ट्रीब्यूशन. ठीक है जी. ਐਵੇਂ ਲਿਖਣਾ ਜੇ ਆਪਾਂ. ਜੇ ਮੈਂ ਮੰਨ ਲਓ ਹੁਣ ਦੂਸਰਾ ਕੇਸ ਕੰਸੀਡਰ ਕਰਾਂ, ਦੂਸਰੇ ਕੇਸ 'ਚ ਆਪਾਂ ਕਹਿੰਦੇ ਆ ਕਿ ਫਸਟ ਕੰਪਾਰਟਮੈਂਟ ਐਮਪਟੀ ਆ,
ਚਾਰ ਦੇ ਚਾਰ ਪਾਰਟੀਕਲ ਜਿਹੜੇ ਆ ਉਹ ਦੂਸਰੇ 'ਚ ਆਪਾਂ ਡਿਸਟਰੀਬਿਊਟ ਕਰ ਦਿੰਦੇ ਆ, ਥਰੋ ਕਰਦੇ ਆ ਨਾ ਜਦੋਂ, ਉਦੋਂ ਦੀ ਡਿਸਟਰੀਬਿਊਸ਼ਨ ਦਾ ਸਟ੍ਰੀਮ ਹੈ। ਹੁਣ ਇਹਨੂੰ ਕਿਵੇਂ ਲਿਖਾਂਗੇ, ਪਹਿਲੇ 'ਚ 0 ਆ, ਲਾਸਟ ਵਾਲੇ 'ਚ ਕਿੰਨੇ ਆ 4। ਸਿਮਿਲਰਲੀ ਆਪਾਂ ਅਦਰ ਪੋਸੀਬਿਲਿਟੀਜ਼ ਦੇ ਲਈ ਡਰਾ ਕਰਨੇ ਨੇ। ਸੋ ਪਾਰਟੀਕਲ ਦੀ ਡਿਸਟਰੀਬਿਊਸ਼ਨ ਦਾ ਅਰੇਂਜਮੈਂਟ ਇਵੇਂ ਦਾ ਹੋਊਗਾ, ਫਸਟ ਕੰਪਾਰਟਮੈਂਟ 'ਚ 4 ਡਿਸਟਰੀਬਿਊਟ ਕਰਦੇ ਹੋ, ਸੈਕਿੰਡ ਫ੍ਰੀ, ਦੈਟ ਮੀਨਸ 4/0। ਸੈਕਿੰਡ ਅਰੇਂਜਮੈਂਟ ਚੈੱਕ ਕਰੋ, 3 ਪਾਰਟੀਕਲ ਇੱਧਰ ਡਿਸਟਰੀਬਿਊਟ ਹੋਏ ਆ, ਜਿਹੜਾ ਤਿੰਨਾਂ 'ਚੋਂ ਇੱਕ ਰਹਿ ਗਿਆ ਉਹਨੂੰ ਇੱਥੇ ਡਿਸਟਰੀਬਿਊਟ ਕਰਾਤਾ, ਕਿਉਂਕਿ ABC ਆਪਾਂ ਲਿਖੀ ਨਾ, ਦੈਟਸ ਵਾਈ। ਸਿਮਿਲਰਲੀ ਪਹਿਲੇ ਇਹਨਾਂ ਦੀਆਂ ਪੋਸੀਬਿਲਿਟੀਜ਼ ਲਿਖਦੀਆਂ ਚੌਵਾਂ ਦੀਆਂ, ਠੀਕ ਆ, ਜਿਹੜਾ ਇਹਨਾਂ 'ਚੋਂ ਮਿਸਿੰਗ ਆ ਉਹ ਇੱਧਰ ਡਿਸਟਰੀਬਿਊਟ ਕਰੀ ਗਿਆ। ਹੁਣ ਇਹਨਾਂ ਸਾਰਿਆਂ ਦੇ ਅਰੇਂਜਮੈਂਟ ਨੂੰ ਆਪਾਂ ਕੀ ਕਹਿਤਾ, ਪਹਿਲੇ 'ਚ ਕਿੰਨੇ ਪਾਰਟੀਕਲ ਨੇ ਟੋਟਲ 3, ਸੈਕਿੰਡ 'ਚ ਕਿੰਨੇ ਆ 1, 3/1 ਕੀ ਹੋ ਗਿਆ ਟੋਟਲ 4। ਸਿਮਿਲਰਲੀ ਤੀਸਰਾ ਅਰੇਂਜਮੈਂਟ ਦੇਖੋ, ਜੇ ਮੈਂ 2 ਪਾਰਟੀਕਲਸ ਨੂੰ ਡਿਸਟਰੀਬਿਊਟ ਕਰਾਂ, 4 ਟੋਟਲ ਹੀ 2 ਹੀ ਇੱਧਰ ਹੋਣੇ ਆ, 2 ਹੀ ਉੱਧਰ ਹੋਣੇ ਆ। ਹੁਣ ਮੰਨ ਲਓ AB ਮੈਂ ਇੱਧਰ ਲਿਖਿਆ, ਫਿਰ ਜੋ ਰਹਿ ਗਿਆ ਉਹ ਇੱਧਰ ਆਊਗਾ, ਉਹ ਕੀ ਹੋਊਗਾ C ਤੇ D। ਸਿਮਿਲਰਲੀ all particles I'm writing here, so when we going to write the distribution it will be 2/2, ठीक है। ਤੇ ਆਪਣੇ ਕੋਲ ਫੋਰਥ ਅਰੇਂਜਮੈਂਟ ਕੀ ਹੈ, ਇੱਕ ਪਾਰਟੀਕਲ ਇੱਧਰ ਹੋ ਸਕਦਾ ਹੈ ਤੇ 3 ਪਾਰਟੀਕਲ ਹੋ ਸਕਦਾ ਉੱਧਰ ਹੋਣ, ਠੀਕ ਆ। ਫਿਰ ਇੱਕ ਮੰਨ ਲਓ A ਇੱਧਰ ਆ, ਜੋ 3 ਰਹਿ ਗਏ ਉਹ ਮੈਂ ਇੱਥੇ ਲਿਖਤੇ, ਫਿਰ B ਇੱਧਰ ਆ, ਜੋ ਵੀ ਮਿਸਿੰਗ ਨੇ ਉਹ ਉੱਧਰ ਲਿਖਤੇ। ਇਸ ਅਰੇਂਜਮੈਂਟ ਨੂੰ ਮੈਂ ਡਿਸਟਰੀਬਿਊਸ਼ਨ 'ਚ ਕਿਵੇਂ ਲਿਖਣਾ, ਪਹਿਲੇ 'ਚ ਕਿੰਨੇ ਆ 1, ਇੱਧਰ ਕਿੰਨੇ ਆ 3, ਫਿਰ ਮੈਂ ਕੀ ਲਿਖਤਾ 1/3। ਲਾਸਟ ਮੈਂ ਕਿਹਾ ਮੰਨ ਲਓ ਵੀ ਫਸਟ ਮੈਂ ਐਮਪਟੀ ਰੱਖਿਆ ਤੇ ਇੱਧਰ ਮੇਰੇ ਕੋਲ 4 ਆ, ਫਿਰ ਕੀ ਬਣੂਗਾ 0/4, ਠੀਕ ਆ। ਹੁਣ ਜਿਹੜੀਆਂ ਟਰਮਸ ਸੀਗੀਆਂ ਆਪਣੇ ਕੋਲ ਆ ਗਈ ਮੈਕਰੋਸਟੇਟ। ਮੈਕਰੋਸਟੇਟ ਦਾ ਮਤਲਬ ਕੀ ਹੈ, ਹੁਣ ਮੈਂ ਪਹਿਲਾਂ ਇਹਦੀਆਂ ਮੈਕਰੋਸਟੇਟਸ ਦੱਸਣੀਆਂ ਨੇ। ਅੱਛਾ ਧਿਆਨ ਨਾਲ ਦੇਖੋ, ਜੋ ਇੱਧਰ ਚੀਜ਼ਾਂ ਲਿਖੀਆਂ ਗਈਆਂ ਨਾ ਇਹ ਹੁੰਦੀਆਂ ਜੇ ਮੈਕਰੋਸਟੇਟਸ। ਆ ਜੋ ਮੈਂ ਲਿਖਿਆ ਨਾ ਡਿਸਟਰੀਬਿਊਸ਼ਨ ਅਰੇਂਜਮੈਂਟ, ਇਹਨੂੰ ਕਹਿੰਦੇ ਮੈਕਰੋਸਟੇਟਸ, ਇਵੇਂ ਲਿਖੀ ਦੀਆਂ ਨੇ, ਠੀਕ ਆ। ਮੈਕਰੋਸਟੇਟ ਦਾ ਮਤਲਬ ਕਿ ਆਪਾਂ ਹੁਣੇ ਪੜ੍ਹਿਆ, ਨੰਬਰ ਆਫ ਪਾਰਟੀਕਲ ਇਨ ਈਚ ਕੰਪਾਰਟਮੈਂਟ ਇਜ਼ ਨੋਨ ਐਜ਼ ਮੈਕਰੋਸਟੇਟ। ਸੋ ਅਕੋਰਡਿੰਗ ਟੂ ਅਬਵ table we can write the distribution of the particle into halves of a box are 4/0, 3/1, 2/1, 1/3 and 0/4. these are macrostates, ठीक है जी। सो ਜਦੋਂ ਮੈਂ ਗੱਲ ਕਰਨੀ ਆ ਮਾਈਕਰੋਸਟੇਟਸ ਦੀ, ਮਾਈਕਰੋਸਟੇਟ ਦਾ ਮਤਲਬ ਹੁੰਦਾ ਹੈ ਈਚ ਮੈਕਰੋਸਟੇਟ ਕੈਨ ਹੈਵ ਅ ਨੰਬਰ ਆਫ ਡਿਫਰੈਂਟ ਅਰੇਂਜਮੈਂਟਸ ਆਫ ਪਾਰਟੀਕਲ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਈਚ ਡਿਸਟਿੰਕਟ ਅਰੇਂਜਮੈਂਟ ਇਜ਼ ਨੋਨ ਐਜ਼ ਮੈਕਰੋਸਟੇਟ ਆਫ ਦ ਸਿਸਟਮ। ਫੋਰ ਐਗਜ਼ਾਮਪਲ ਮੈਕਰੋਸਟੇਟ ਕਿਵੇਂ ਬਣਨੀ ਹੈ, ਦੇਖੋ ਜੀ 3/1। ਹੁਣ ਡਿਸਟਰੀਬਿਊਟ ਮੈਂ ਟੋਟਲ ਕਿੰਨੇ ਪਾਰਟੀਕਲ ਕੀਤੇ 4, ਅਰੇਂਜਮੈਂਟ ਅਲੱਗ ਅਲੱਗ ਆ ਨਾ, ਇੱਧਰ 3 ਆ ਇੱਧਰ 1 ਆ। ਇਹਦਾ ਮਤਲਬ ਮੇਰੇ ਕੋਲ ਮਾਈਕਰੋਸਟੇਟ ਇਹਦੀਆਂ ਕਿੰਨੀਆਂ ਹੋ ਗਈਆਂ ਫਿਰ 4। ਇੱਧਰ ਵੀ ਅਗਰ ਮੇਰੇ ਕੋਲ 2 ਇੱਧਰ ਮੈਂ ਡਿਸਟਰੀਬਿਊਟ ਕੀਤੀ ਹੈ, 2 ਹੀ ਇੱਧਰ, ਇਹਦਾ ਮਤਲਬ ਪੋਸੀਬਲ ਅਰੇਂਜਮੈਂਟਸ ਮੇਰੇ ਕੋਲ ਕਿੰਨੇ ਹੋਣਗੇ ਫਿਰ ਚੈੱਕ ਕਰੋ ਇੱਥੋਂ। ਆਹ ਮੇਰੇ ਕੋਲ ਕੀ ਬਣ ਰਿਹਾ ਮੈਕਰੋਸਟੇਟਸ, ਮੈਂ ਕੀ ਲਿਖਣੀ ਆ ਹੁਣ ਮਾਈਕਰੋਸਟੇਟ। ਮਾਈਕਰੋਸਟੇਟ ਕਿੱਦਾਂ ਆਉਣੀ ਆ, ਮੰਨ ਲਓ ਜੇ ਮੈਂ 2 ਲਿਖ ਰਹੀ, ਕਿੰਨੇ ਨੰਬਰ ਆਫ ਅਰੇਂਜਮੈਂਟ ਆਉਂਦੇ ਆ, ਜੇ ਮੈਂ 3 ਪਾਰਟੀਕਲ ਇੱਧਰ ਰੱਖਾਂ 1 ਇੱਧਰ ਰੱਖਾਂ, ਫਿਰ ਦੇਖੋ ਕਿੰਨੇ ਅਰੇਂਜਮੈਂਟ ਬਣਦੇ ਆ ਮੇਰੇ ਕੋਲੇ। ਜੇ ਮੈਂ 2 ਨੂੰ ਕਰਦੀ, ਫਿਰ ਦੇਖੋ ਮੰਨ ਲਓ 2 ਇੱਧਰ ਰੱਖੇ, ਇਹ ਬਣ ਗਿਆ 1 2 3 4 5 6, ਮਤਲਬ 6 ਅਰੇਂਜਮੈਂਟਸ ਦੇ ਨਾਲ ਆਪਾਂ ਡਿਸਟਰੀਬਿਊਟ ਕਰ ਸਕਦੇ ਹਾਂ ਪਾਰਟੀਕਲਸ ਨੂੰ, ਠੀਕ ਆ। ਫਿਰ ਇਹਦੀ ਜਿਹੜੀ ਗਿਣਤੀ ਆ, ਮੰਨ ਲਓ ਹੁਣ ਬਣੇ ਮੇਰੇ ਕੋਲ 6, ਆਹ ਵਾਲਾ ਹਿੱਸੇ ਦੀ ਗਿਣਤੀ 6, ਉਹ ਕੀ ਹੋ ਗਈ ਉਹਦੀ ਮਾਈਕਰੋਸਟੇਟ, ਤੇ ਡਿਸਟਰੀਬਿਊਸ਼ਨ ਕੀ ਹੁੰਦੀ ਆ ਮੈਕਰੋਸਟੇਟ, ਠੀਕ ਆ। ਫਿਰ ਤੋਂ ਇੱਕ ਚੀਜ਼ ਸਮਝੋ, ਜੇ ਮੰਨ ਲਓ ਇੱਥੇ ਮੇਰੇ ਕੋਲ 3 ਪਾਰਟੀਕਲ ਤੇ ਇੱਥੇ ਮੇਰੇ ਕੋਲ 1 ਆ, ਇਹਨੂੰ ਹੁਣ ਮੈਂ ਲਿਖਿਆ ਨਾ, ਮੰਨ ਲਓ ਇਹ ਮੇਰੇ ਕੋਲ ਕੀ ਬਣ ਗਿਆ 3/1, ਤੇ ਟੋਟਲ ਮੇਰੇ ਕੋਲ ਕਿੰਨੇ ਹੋ ਗਏ ਫਿਰ ਇਹ 4, ਕਿਉਂਕਿ 3/1 ਕੀ ਬਣ ਗਏ 4। ਹੁਣ ਆਹ 6 ਕਿਉਂ ਬਣੇ ਆ, ਕਾਊਂਟ ਕਰਕੇ ਦੇਖੋ, ਆਹ ਤੇ ਬਣਨੀ 4 ਹੀ ਨਾ ਟੋਟਲ, 3 ਇੱਧਰ ਹੀ ਤੇ 1 ਬਚ ਗਿਆ ਤੇ 4 ਹੋ ਗਏ। ਇੱਧਰ ਵੇਖੋ 2 ਇੱਧਰ ਆ 2 ਇੱਧਰ ਆ, 4 ਪਾਰਟੀਕਲ ਡਿਸਟਰੀਬਿਊਟ ਹੋ ਰਹੇ ਨਾ ਆਪਣੇ ਕੋਲ, ਇਹ ਬਣ ਗਿਆ 2 4 6 8 10 12, ਠੀਕ ਆ। ਜੇ ਮੇਰੇ ਕੋਲ 12 ਬਣਦੇ ਆ, ਇਹਦਾ ਮਤਲਬ ਮੇਰੇ ਕੋਲ ਫਿਰ ਅਰੇਂਜਮੈਂਟ ਕਿੰਨੇ ਹੋਣਗੇ, ਜਾਂ ਫਿਰ ਮੇਰੇ ਕੋਲ ਸਟੇਟਸ ਕਿੰਨੀਆਂ ਹੋਣਗੀਆਂ 6, ਕਿਉਂਕਿ 6 ਪਾਰਟੀਕਲ ਇੱਧਰ ਆ ਤੇ 6 ਹੀ ਪਾਰਟੀਕਲ ਇੱਧਰ ਹੋਣਗੇ, ਠੀਕ ਆ। ਸਿਮਿਲਰਲੀ ਆਪਾਂ ਕੀ ਕਹਿੰਦੇ ਆ, ਹੁਣ ਧਿਆਨ ਨਾਲ ਦੇਖਿਓ ਮਾੜਾ ਜਿਹਾ, ਕਿ ਜੋ ਇੱਥੇ ਡਿਸਟਰੀਬਿਊਸ਼ਨ ਹੋਈ ਹੈ ਨਾ ਵੇਖੋ, ਉਹਨੂੰ ਮੈਂ ਕਹਿਤਾ ਇਹ ਕੀ ਆ ਮੈਕਰੋਸਟੇਟ। ਜਦੋਂ ਮੈਂ ਲਿਖਣੀ ਆ ਮਾਈਕਰੋਸਟੇਟ ਤੋਂ, ਮੰਨ ਲਓ ਜਿਹੜੀ ਮੈਕਰੋਸਟੇਟ ਆ ਨਾ, ਉਹਦਾ ਜਿਹੜਾ ਟੋਟਲ ਹੋਊਗਾ ਉਹ ਮੇਰੇ ਕੋਲ ਕੀ ਬਣ ਜਾਊਗਾ ਮਾਈਕਰੋਸਟੇਟ। ਜਦੋਂ ਮੈਂ 2 ਦੇ ਅਰੇਂਜਮੈਂਟ ਲਏ, ਮੈਂ ਕਿਹਾ ਮੇਰੇ ਕੋਲ 6 ਅਰੇਂਜਮੈਂਟ ਹੋ ਗਏ, ਜਿੰਨੇ ਅਰੇਂਜਮੈਂਟ ਹੋ ਗਏ ਉਹ ਮੈਂ ਇੱਥੇ ਲਿਖ ਦੇਣੇ, ਉਹ ਕੀ ਹੋ ਗਈ ਉਹਦੀ ਮਾਈਕਰੋਸਟੇਟ, ਠੀਕ ਹੈ ਜੀ। ਇਹ ਸੀਗਾ ਇੱਕ ਕੁਐਸਚਨ ਇੰਪੋਰਟੈਂਟ ਹੈ, ਸੋ ਇਹਨੂੰ ਧਿਆਨ ਨਾਲ ਪ੍ਰਿਪੇਅਰ ਕਰ ਲਿਓ। ਡਿਸਟਰੀਬਿਊਸ਼ਨ ਆਫ 4 ਪਾਰਟੀਕਲ ਇਨ 2 ਕੰਪਾਰਟਮੈਂਟਸ।
ਪੇਪਰ ਦੇ ਵਿੱਚ ਡਿਸਟ੍ਰੀਬਿਊਸ਼ਨ ਜਾਂ ਤਾਂ ਪਾਰਟੀਕਲਸ ਦੀ ਵੀ ਆ ਸਕਦੀ ਹੈ, ਕੰਪਾਰਟਮੈਂਟ ਦੋ ਹੀ ਹੋਣਗੇ, ਠੀਕ ਆ। ਸੋ ਸਮਝਣ ਦੀ ਕੋਸ਼ਿਸ਼ ਕਰਿਓ ਇਹਨੂੰ ਪਲੀਜ਼।